ਪਿਆਰੇ ਬੱਚਿਓ, ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੱਚਿਓ, ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੀ ਪੰਜਾਬੀ ਦੀ ਜਮਾਤ ਵਿੱਚ ਇੱਕ ਨਵਾਂ ਵਿਸ਼ਾ ਲੈ ਕੇ। ਬੱਚਿਓ, ਪਿਛਲੀ ਵਾਰ ਜੋ ਮੈਂ ਤੁਹਾਨੂੰ ਪਾਠ ਸ਼੍ਰੀ ਕ੍ਰਿਸ਼ਨ ਅਵਤਾਰ ਜੀ ਦਾ ਕੰਪਰੀਹੈਂਸ਼ਨ ਹੱਲ ਕਰਨ ਲਈ ਦਿੱਤਾ ਸੀ, ਉਹ ਤੁਸੀਂ ਸਾਰੇ ਬੱਚਿਆਂ ਨੇ ਹੱਲ ਕਰਕੇ ਅਤੇ ਮੈਨੂੰ ਚੈੱਕ ਕਰਨ ਲਈ ਭੇਜਿਆ ਸੀ। ਬੱਚਿਓ, ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਤੁਸੀਂ ਸਾਰਿਆਂ ਨੇ ਉਸ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਸੀ। ਸੋ ਇਸ ਲਈ ਮੈਂ ਸਾਰੇ ਹੀ ਬੱਚਿਆਂ ਨੂੰ ਸ਼ਾਬਾਸ਼ੀ ਦੇਣਾ ਚਾਹੁੰਦੀ ਹਾਂ। ਬੱਚਿਓ, ਵਾਕਈ ਸਭ ਦਾ ਕੰਮ ਜਿਹੜਾ ਸੀ ਉਹ ਬਹੁਤ ਹੀ ਸ਼ਲਾਘਾਯੋਗ ਸੀ। ਸੋ ਬੱਚਿਓ, ਹੁਣ ਮੈਂ ਅਗਲੇ ਵਿਸ਼ੇ ਵੱਲ ਵਧਣ ਤੋਂ ਪਹਿਲਾਂ ਤੁਹਾਨੂੰ ਕੁਝ ਵਿਖਾਉਣਾ ਚਾਹੁੰਦੀ ਹਾਂ। ਦੇਖੋ ਬੇਟਾ, ਤੁਹਾਡੇ ਸਾਹਮਣੇ ਜਿਹੜੀ ਵਸਤੂ ਪਈ ਹੈ ਇਹਨੂੰ ਅਸੀਂ ਕਹਿੰਦੇ ਹਾਂ ਚਾਬੀ। ਕਿਉਂਕਿ ਇਹ ਇੱਕ ਹੈ ਇਸ ਲਈ ਅਸੀਂ ਇਹਨੂੰ ਕਹਾਂਗੇ ਚਾਬੀ। ਲੇਕਿਨ ਅਗਰ ਸਾਡੇ ਕੋਲ ਇੱਕ ਤੋਂ ਜ਼ਿਆਦਾ ਹੋਣ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਚਾਬੀਆਂ। ਚਾਬੀ, ਚਾਬੀਆਂ। ਠੀਕ ਹੈ ਬੇਟਾ ਜੀ। ਇਸੇ ਤਰ੍ਹਾਂ ਹੁਣ ਮੇਰੇ ਕੋਲ ਹੈ ਇੱਕ ਸਿੱਕਾ। ਇਹਨੂੰ ਕਿਉਂਕਿ ਇਹ ਇੱਕ ਹੈ ਇਸ ਲਈ ਅਸੀਂ ਇਹਨੂੰ ਕਹਾਂਗੇ ਸਿੱਕਾ। ਲੇਕਿਨ ਅਗਰ ਸਾਡੇ ਕੋਲ ਇੱਕ ਤੋਂ ਜ਼ਿਆਦਾ ਸਿੱਕੇ ਹੋਣ ਤਾਂ ਅਸੀਂ ਇਹਨਾਂ ਲਈ ਸ਼ਬਦ ਵਰਤਦੇ ਹਾਂ ਸਿੱਕੇ। ਠੀਕ ਹੈ, ਇੱਕ ਸਿੱਕਾ ਤੇ ਇੱਕ ਤੋਂ ਜ਼ਿਆਦਾ ਸਿੱਕੇ। ਠੀਕ ਹੈ ਬੇਟਾ ਜੀ। ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਅਗਲੀ ਵਸਤੂ। ਇਹ ਹੈ ਚੂੜੀ। ਇਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਚੂੜੀ। ਇਹ ਇੱਕ ਹੈ ਇਸ ਲਈ ਅਸੀਂ ਇਹਨੂੰ ਕਹਿੰਦੇ ਹਾਂ ਚੂੜੀ। ਲੇਕਿਨ ਅਗਰ ਅਸੀਂ ਇੱਕ ਤੋਂ ਜ਼ਿਆਦਾ ਰੱਖ ਦਈਏ ਤਾਂ ਬਣ ਜਾਂਦੀਆਂ ਹਨ ਚੂੜੀਆਂ। ਇੱਕ ਚੂੜੀ, ਇੱਕ ਤੋਂ ਜ਼ਿਆਦਾ ਚੂੜੀਆਂ। ਠੀਕ ਹੈ ਬੇਟਾ ਜੀ। ਇਸੇ ਤਰ੍ਹਾਂ ਅਗਲਾ ਉਦਾਹਰਣ ਹੈ ਪੈਨਸਿਲ। ਇੱਕ ਪੈਨਸਿਲ ਹੈ ਇਸ ਲਈ ਅਸੀਂ ਇਸ ਨੂੰ ਕਹਾਂਗੇ ਪੈਨਸਿਲ। ਲੇਕਿਨ ਅਗਰ ਇੱਕ ਤੋਂ ਜ਼ਿਆਦਾ ਹੋਣ ਤਾਂ ਅਸੀਂ ਸ਼ਬਦ ਵਰਤਦੇ ਹਾਂ ਪੈਨਸਿਲਾਂ। ਕੀ ਸ਼ਬਦ ਵਰਤਦੇ ਹਾਂ? ਪੈਨਸਿਲਾਂ। ਪੈਨਸਿਲ, ਪੈਨਸਿਲਾਂ। ਠੀਕ ਹੈ ਬੇਟਾ ਜੀ। ਅਗਲਾ ਉਦਾਹਰਣ ਹੈ ਚਮਚਾ। ਸਾਡੇ ਕੋਲ ਇੱਕ ਹੈ ਇਸ ਲਈ ਅਸੀਂ ਇਹਨੂੰ ਇੱਕ ਚਮਚਾ ਕਹਾਂਗੇ। ਲੇਕਿਨ ਅਗਰ ਸਾਡੇ ਕੋਲ ਇੱਕ ਤੋਂ ਜ਼ਿਆਦਾ ਹੁੰਦੇ ਹਨ ਤਾਂ ਇੱਕ ਤੋਂ ਜ਼ਿਆਦਾ ਲਈ ਅਸੀਂ ਸ਼ਬਦ ਵਰਤਦੇ ਹਾਂ ਚਮਚੇ। ਠੀਕ ਹੈ ਬੇਟਾ ਜੀ। ਇੱਕ ਚਮਚਾ, ਜ਼ਿਆਦਾ ਚਮਚੇ। ਠੀਕ ਹੈ। ਮੈਨੂੰ ਉਮੀਦ ਹੈ ਕਿ ਹੁਣ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਸਾਡਾ ਅੱਜ ਦਾ ਵਿਸ਼ਾ ਕੀ ਹੈ। ਜੀ ਹਾਂ, ਸਾਡਾ ਅੱਜ ਦਾ ਵਿਸ਼ਾ ਹੈ ਵਚਨ ਬਦਲੋ। ਬੱਚਿਓ, ਇਹ ਵਿਸ਼ਾ ਤੁਹਾਡੀ ਪੰਜਾਬੀ ਵਿਆਕਰਨ ਦੀ ਪੁਸਤਕ ਦੇ ਵਿੱਚ ਪੇਜ ਨੰਬਰ 44 ਯਾਨੀ 44 ਦੇ ਉੱਪਰ ਦਿੱਤਾ ਗਿਆ ਹੈ। ਸੋ ਇਸ ਬਾਰੇ ਸਾਰੀ ਜਾਣਕਾਰੀ ਹਾਸਲ ਕਰਨ ਲਈ ਤੁਹਾਨੂੰ ਪੇਜ ਨੰਬਰ 44 ਖੋਲ੍ਹਣਾ ਪਏਗਾ। ਠੀਕ ਹੈ ਬੱਚਿਓ। ਵਚਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਵਚਨ ਕਿਸ ਨੂੰ ਕਹਿੰਦੇ ਹਨ। ਵਚਨ ਸ਼ਬਦ ਦੇ ਉਸ ਰੂਪ ਨੂੰ ਕਹਿੰਦੇ ਹਨ ਜਿਸ ਤੋਂ ਕਿਸੇ ਵਸਤੂ ਦੇ ਇੱਕ ਜਾਂ ਵੱਧ ਹੋਣ ਦਾ ਪਤਾ ਲੱਗਦਾ ਹੈ। ਸੋ ਉਹ ਸ਼ਬਦ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਚੀਜ਼ ਇੱਕ ਹੈ ਜਾਂ ਫਿਰ ਇੱਕ ਤੋਂ ਜ਼ਿਆਦਾ ਹੈ, ਉਹਨਾਂ ਨੂੰ ਕਹਿੰਦੇ ਹਾਂ ਵਚਨ। ਅੱਗੇ ਹੈ ਵਚਨ ਦੀਆਂ ਕਿਸਮਾਂ। ਕਿਸਮਾਂ ਦਾ ਮਤਲਬ ਇਹ ਹੈ ਕਿ ਇਹ ਕਿੰਨੀ ਤਰ੍ਹਾਂ ਦੇ ਹੁੰਦੇ ਹਨ। ਵਚਨ ਜਿਹੜੇ ਹਨ ਉਹ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਵਚਨ ਅਤੇ ਬਹੁਵਚਨ। ਜਿਵੇਂ ਕਿ ਇਹਨਾਂ ਦੇ ਨਾਂ ਤੋਂ ਹੀ ਸਪਸ਼ਟ ਹੋ ਰਿਹਾ ਹੈ, ਇੱਕ ਦਾ ਮਤਲਬ ਇੱਕ, ਬਹੁ ਦਾ ਮਤਲਬ ਜ਼ਿਆਦਾ। ਹੁਣ ਮੈਂ ਤੁਹਾਨੂੰ ਇਹਨਾਂ ਬਾਰੇ ਅਲੱਗ-ਅਲੱਗ ਜਾਣਕਾਰੀ ਦਿੰਦੀ ਹਾਂ। ਪਹਿਲਾ ਹੈ ਇੱਕ ਵਚਨ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਇੱਕ ਚੀਜ਼ ਦਾ ਪਤਾ ਲੱਗਦਾ ਹੈ ਅਸੀਂ ਉਹਨਾਂ ਨੂੰ ਇੱਕ ਵਚਨ ਕਹਿੰਦੇ ਹਾਂ।
ਜਿਵੇਂ ਕਿ ਤੁਹਾਡੇ ਸਾਹਮਣੇ ਚਿੱਤਰ ਵਿੱਚ ਦਰਸਾਇਆ ਗਿਆ ਹੈ। ਇੱਕ ਮੁੰਡੇ ਦੀ ਤਸਵੀਰ ਹੈ। ਇਸ ਤਸਵੀਰ ਲਈ, ਕਿਉਂਕਿ ਇਹ ਇੱਕ ਮੁੰਡਾ ਹੈ, ਇਸ ਲਈ ਇਹਦੇ ਲਈ ਅਸੀਂ ਮੁੰਡਾ ਸ਼ਬਦ ਵਰਤਦੇ ਹਾਂ। ਤੁਹਾਡੇ ਸਾਹਮਣੇ ਇੱਕ ਕਿਤਾਬ ਹੈ, ਜਿਹਦੇ ਲਈ ਅਸੀਂ ਕਿਤਾਬ ਸ਼ਬਦ ਵਰਤਦੇ ਹਾਂ। ਅਗਲਾ ਹੈ ਬਹੁਵਚਨ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਇੱਕ ਤੋਂ ਜ਼ਿਆਦਾ ਚੀਜ਼ਾਂ ਦਾ ਪਤਾ ਲੱਗਦਾ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਬਹੁਵਚਨ। ਜਿਵੇਂ ਕਿ ਤੁਹਾਡੇ ਸਾਹਮਣੇ 3 ਮੁੰਡੇ ਦਰਸਾਏ ਗਏ ਹਨ। ਇਹ ਇੱਕ ਤੋਂ ਜ਼ਿਆਦਾ ਹਨ, ਇਸ ਲਈ ਇਹਨਾਂ ਵਾਸਤੇ ਅਸੀਂ ਮੁੰਡੇ ਸ਼ਬਦ ਵਰਤਦੇ ਹਾਂ। ਕਿਤਾਬਾਂ ਵੀ ਇੱਕ ਤੋਂ ਜ਼ਿਆਦਾ ਹੀ ਦਰਸਾਈਆਂ ਗਈਆਂ ਹਨ, ਇਸੇ ਲਈ ਇਹਨਾਂ ਨੂੰ ਅਸੀਂ ਕਿਤਾਬਾਂ ਆਖਦੇ ਹਾਂ। ਹੁਣ ਮੈਂ ਤੁਹਾਨੂੰ ਇੱਕ ਵਚਨ ਅਤੇ ਬਹੁਵਚਨ ਨਾਲ ਸੰਬੰਧਿਤ ਕੁਝ ਹੋਰ ਉਦਾਹਰਨ ਦੱਸ ਰਹੀ ਹਾਂ। ਜਿਵੇਂ ਕਿ ਤਸਵੀਰ ਵਿੱਚ ਸਭ ਤੋਂ ਪਹਿਲਾਂ ਹੈ ਦਰੱਖਤ। ਜਿੱਥੇ ਇੱਕ ਦਰੱਖਤ ਦਰਸਾਇਆ ਗਿਆ ਹੈ, ਉੱਥੇ ਦਰੱਖਤ ਸ਼ਬਦ ਵਰਤਿਆ ਗਿਆ ਹੈ, ਅਤੇ ਜਿੱਥੇ ਇੱਕ ਤੋਂ ਜ਼ਿਆਦਾ ਦਰੱਖਤ ਦਰਸਾਏ ਗਏ ਹਨ, ਉੱਥੇ ਦਰੱਖਤਾਂ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਕਾਕਾ। ਕਾਕਾ ਅਸੀਂ ਪੰਜਾਬੀ 'ਚ ਛੋਟੇ ਬੱਚੇ ਨੂੰ ਕਹਿੰਦੇ ਹਾਂ। ਇੱਕ ਬੱਚਾ, ਇੱਕ ਛੋਟਾ ਕਾਕਾ। ਅਗਰ ਇੱਕ ਤੋਂ ਜ਼ਿਆਦਾ ਹੋਣ ਤਾਂ ਉਹਨਾਂ ਨੂੰ ਅਸੀਂ ਕਹਾਂਗੇ ਕਾਕੇ। ਅਗਲਾ ਹੈ ਚਿੜੀ। ਇੱਕ ਚਿੜੀ ਲਈ ਚਿੜੀ ਸ਼ਬਦ ਵਰਤਿਆ ਗਿਆ ਹੈ। ਇੱਕ ਤੋਂ ਜ਼ਿਆਦਾ ਚਿੜੀਆਂ ਲਈ ਚਿੜੀਆਂ ਸ਼ਬਦ ਵਰਤਿਆ ਗਿਆ ਹੈ। ਗਾਂ। ਗਾਂ ਇੱਕ ਚਿੱਤਰ ਲਈ ਗਾਂ। ਇੱਕ ਤੋਂ ਜ਼ਿਆਦਾ ਲਈ ਗਾਵਾਂ ਸ਼ਬਦ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਚਾਕੂ। ਇੱਕ ਚਾਕੂ ਲਈ ਚਾਕੂ। ਇੱਕ ਤੋਂ ਜ਼ਿਆਦਾ ਚਾਕੂਆਂ ਲਈ ਚਾਕੂਆਂ ਸ਼ਬਦ ਵਰਤਿਆ ਜਾਂਦਾ ਹੈ। ਅਤੇ ਹੁਣ ਮੈਂ ਤੁਹਾਨੂੰ ਉਹ ਸ਼ਬਦ ਦੱਸ ਰਹੀ ਹਾਂ ਜੋ ਤੁਹਾਡੀ ਪੁਸਤਕ ਵਿੱਚ ਪੇਜ ਨੰਬਰ 44 ਦੇ ਉੱਪਰ ਦਿੱਤੇ ਗਏ ਹਨ। ਪਹਿਲਾ ਸ਼ਬਦ ਹੈ ਕਿਤਾਬ। ਇੱਥੇ ਕਿਤਾਬ ਇੱਕ ਵਚਨ ਹੈ, ਕਿਤਾਬਾਂ ਬਹੁਵਚਨ ਹੈ। ਕੁੱਤਾ ਸ਼ਬਦ ਇੱਕ ਵਚਨ ਹੈ ਅਤੇ ਕੁੱਤੇ ਸ਼ਬਦ ਬਹੁਵਚਨ ਹੈ। ਇਸੇ ਤਰ੍ਹਾਂ ਹੀ ਕੁਰਸੀ ਇੱਕ ਵਚਨ, ਕੁਰਸੀਆਂ ਬਹੁਵਚਨ। ਤਾਰਾ ਇੱਕ ਵਚਨ, ਤਾਰੇ ਬਹੁਵਚਨ। ਬੋਤਲ ਇੱਕ ਵਚਨ, ਬੋਤਲਾਂ ਬਹੁਵਚਨ। ਗਾਂ ਇੱਕ ਵਚਨ, ਗਾਵਾਂ ਬਹੁਵਚਨ। ਹੁਣ ਕੁਝ ਉਦਾਹਰਣ ਪੇਜ ਨੰਬਰ 45 'ਤੇ ਵੀ ਦਿੱਤੇ ਗਏ ਹਨ, ਉਹ ਵੀ ਅਸੀਂ ਇੱਕ ਵਾਰ ਪੜ੍ਹ ਲਈਏ। ਪੱਖਾ, ਪੱਖੇ। ਬਿੱਲੀ, ਬਿੱਲੀਆਂ। ਕਮੀਜ਼, ਕਮੀਜ਼ਾਂ। ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਪੇਜ ਨੰਬਰ 46। ਪੇਜ ਨੰਬਰ 46 ਦੇ ਉੱਪਰ ਬਹੁਤ ਸਾਰੇ ਸ਼ਬਦ ਦਿੱਤੇ ਗਏ ਹਨ, ਪਰ ਬੱਚਿਓ ਤੁਸੀਂ ਇਹ ਸਾਰੇ ਸ਼ਬਦ ਨਹੀਂ ਕਰਨੇ। ਤੁਸੀਂ ਇਹਨਾਂ ਵਿੱਚੋਂ ਸਿਰਫ ਪਹਿਲੇ 10 ਸ਼ਬਦ ਹੀ ਕਰਨੇ ਹਨ। ਸੋ ਆਓ ਹੁਣ ਅਸੀਂ ਇੱਕ ਵਾਰੀ ਇਹਨਾਂ ਸ਼ਬਦਾਂ ਨੂੰ ਪੜ੍ਹੀਏ। ਪਹਿਲਾ ਇਕਵਚਨ ਸ਼ਬਦ ਹੈ ਜੁੱਤੀ, ਜੁੱਤੀਆਂ। ਦੂਸਰਾ ਕਾਕਾ, ਕਾਕੇ। ਤੀਸਰਾ ਮੰਜਾ, ਮੰਜੇ। ਚੌਥਾ ਗਊ, ਗਊਆਂ। ਪੰਜਵਾਂ ਮਾਮੀ, ਮਾਮੀਆਂ। ਛੇਵਾਂ ਕਾਪੀ, ਕਾਪੀਆਂ। ਸੱਤਵਾਂ ਸ਼ੇਰ, ਸ਼ੇਰਾਂ। ਅੱਠਵਾਂ ਤੀਵੀਂ, ਤੀਵੀਆਂ। ਬੱਚਿਓ ਪੰਜਾਬੀ ਵਿੱਚ ਤੀਵੀਂ ਸ਼ਬਦ ਔਰਤ ਲਈ ਵਰਤਿਆ ਜਾਂਦਾ ਹੈ। ਔਰਤ ਨੂੰ ਪੰਜਾਬੀ 'ਚ ਤੀਵੀਂ ਕਹਿੰਦੇ ਹਨ। ਅਗਰ ਇੱਕ ਔਰਤ ਹੈ ਤਾਂ ਤੀਵੀਂ ਸ਼ਬਦ ਵਰਤੋਗੇ, ਅਗਰ ਇੱਕ ਤੋਂ ਜ਼ਿਆਦਾ ਔਰਤਾਂ ਹਨ ਤਾਂ ਤੀਵੀਆਂ ਸ਼ਬਦ ਵਰਤੋਗੇ। 9ਵਾਂ ਸ਼ਬਦ ਹੈ ਕੜਾ, ਕੜੇ। 10ਵਾਂ ਖੋਤਾ, ਖੋਤੇ। ਸੋ ਇਹ ਸਨ 10 ਸ਼ਬਦ ਜੋ ਤੁਸੀਂ ਆਪਣੀ ਪੰਜਾਬੀ ਦੀਆਂ ਕਾਪੀਆਂ ਦੇ ਵਿੱਚ ਸੁੰਦਰ ਸੁੰਦਰ ਲਿਖਾਈ ਵਿੱਚ ਲਿਖਣੇ ਹਨ। ਇਸੇ ਤਰ੍ਹਾਂ ਜਿਸ ਤਰ੍ਹਾਂ ਕਿ
ਪੁਸਤਕ ਵਿੱਚ ਦਿੱਤੇ ਗਏ ਹਨ। ਠੀਕ ਹੈ ਬੇਟਾ, ਅੱਜ ਲਈ ਇੰਨਾ ਹੀ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।